खालसा मेरो रूप है खास, खालसे मैं हूँ करो निवास। खालसा ਦਾ ਸਿਰਜਣਾ ਦਿਵਸ ਸਾਰੀ ਦੁਨੀਆ ਦੇ ਵਿੱਚ ਸੰਗਤਾਂ ਵੱਲੋਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਾਂ ਵਿਸਾਖ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਪੂਰੇ ਸਤਿਕਾਰ ਤੇ ਸ਼ਰਧਾ ਦੇ ਨਾਲ। ਜਦੋਂ ਗੱਲ ਆਪਾਂ ਕਰਦੇ ਹਾਂ ਕੈਨੇਡਾ ਵਰਗੇ ਵੈਸਟਰਨ ਕੰਟਰੀਜ਼ ਦੀ ਤੇ ਉਹਨਾਂ ਦਿਨਾਂ ਦੇ ਵਿੱਚ ਇੱਥੇ ਜਿਹੜਾ ਵਾਤਾਵਰਣ ਆ, ਜਿਹੜਾ ਉੱਥੇ ਮੌਸਮ ਆ, ਉਹ ਅਨੁਕੂਲ ਨਹੀਂ ਹੁੰਦਾ। ਵਿੰਟਰ ਹੁੰਦੀ ਆ, ਸਨੋ ਪਈ ਹੁੰਦੀ ਆ। ਇਸ ਲਈ ਸੰਗਤਾਂ ਵੱਲੋਂ ਇਹ ਜਿਹੜਾ ਦਿਹਾੜਾ ਵਾ, ਇਸ ਨੂੰ ਅਸੀਂ ਸਮਰ ਦੇ ਵਿੱਚ ਮਨਾਉਂਦੇ ਹਾਂ। ਤੇ ਐਡਮਿੰਟਨ ਸ਼ਹਿਰ ਦੀ ਖਾਸ ਕਰਕੇ ਗੱਲ ਕਰੀਏ ਤੇ ਇੱਥੇ ਦਾ ਜਿਹੜਾ ਨਗਰ ਕੀਰਤਨ ਆ, ਇਸ ਵਾਰੀ 22 ਮਈ 2022 ਨੂੰ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਵਾ। ਇਸ ਬਾਬਤ ਜਾਣਕਾਰੀ ਲੈਣ ਲਈ ਅਸੀਂ ਗੁਰਦੁਆਰਾ ਮਿਲਵੁੱਡਸ ਵਿੱਚ ਪਹੁੰਚੇ ਹਾਂ। ਸਾਡੇ ਨਾਲ ਨਗਰ ਕੀਰਤਨ ਕਮੇਟੀ ਦੇ ਖਾਸ ਮੈਂਬਰ ਜਿਹੜੇ ਨੇ ਉਹ ਜੁੜੇ ਹੋਏ ਨੇ, ਸਰਦਾਰ ਬਲਵੀਰ ਸਿੰਘ ਚਾਨਾ ਜੀ ਤੇ ਸੁਖਦੇਵ ਸਿੰਘ ਬੈਨੀਪਾਲ ਜੀ। ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਜੀ ਕਿ ਜਿਹੜੀ ਨਗਰ ਕੀਰਤਨ ਦੀ ਮਹਾਨਤਾ ਵਾ, ਵਿਸਾਖੀ ਦੀ ਮਹਾਨਤਾ ਵਾ, ਖਾਲਸਾ ਦੇ ਸਿਰਜਣਾ ਦਿਵਸ ਦੀ ਮਹਾਨਤਾ ਵਾ, ਇਸ ਬਾਰੇ ਥੋੜਾ ਜਿਹਾ ਚਾਨਣ ਪਾਓ ਜੀ। ਵਿਸਾਖੀ ਦਿਵਸ ਜੋ ਹੈ ਬੜੀ ਦੇਰ ਤੋਂ ਮਨਾਇਆ ਜਾਂਦਾ ਹੈ ਜੀ। ਇਹ ਬੜਾ ਪ੍ਰਾਤਨ ਤਿਉਹਾਰ ਹੈ, ਲੇਕਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਇਸ ਦਿਨ ਦੀ ਮਹਾਨਤਾ ਦੇ ਵਿੱਚ ਖਾਲਸੇ ਦੀ ਸਿਰਜਣਾ ਕੀਤੀ ਸੀ ਜੀ। ਇਹ ਜੋ ਵਿਸਾਖੀ ਹੈ, ਇਹਦੇ ਵਿੱਚ ਮੈਂ ਪੜ੍ਹਿਆ ਹੈ ਕਿ ਸ੍ਰੀ ਰਾਮਚੰਦਰ ਜੀ ਦਾ ਜਨਮ ਵੀ ਇਸੇ ਵਿਸਾਖੀ ਵਾਲੇ ਦਿਨ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦਾ ਵੀ ਆਗਮਨ ਪੁਰਬ ਵਿਸਾਖੀ ਨੂੰ ਹੋਇਆ ਸੀ। ਗੁਰੂ ਨਾਨਕ ਦੇਵ ਜੀ ਨੇ ਜੋ ਆਪਣੀਆਂ ਉਦਾਸੀਆਂ ਸ਼ੁਰੂ ਕੀਤੀਆਂ ਸੁਲਤਾਨਪੁਰ ਤੋਂ, ਉਹ ਵੀ ਵਿਸਾਖ ਦੇ ਮਹੀਨੇ ਵਿੱਚ ਸ਼ੁਰੂ ਕੀਤੀ ਸੀ। ਤੇ ਬੁੱਧ ਧਰਮ ਦੇ ਵਿੱਚ ਮਹਾਤਮਾ ਬੁੱਧ ਜੀ ਨੂੰ ਇਸ ਵਿਸਾਖੀ ਵਾਲੇ ਦਿਨ ਗਿਆਨ ਪ੍ਰਾਪਤ ਹੋਇਆ ਸੀ। ਇਸ ਤਰ੍ਹਾਂ ਦੇ ਨਾਲ ਬਹੁਤ ਹੀ ਪੁਰਾਤਨ ਇਹ ਤਿਉਹਾਰ ਚੱਲੇ ਆਉਂਦੇ ਨੇ। ਤੇ ਨਾਲ ਇਹ ਹੈ ਵੀ ਇਹਦਾ ਮੌਸਮ ਦੇ ਨਾਲ ਵੀ ਸੰਬੰਧ ਹੈ, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਜੋ ਬਸੰਤ ਹੈ ਉਹ ਫਰਵਰੀ ਦੇ ਮਹੀਨੇ ਹੁੰਦੀ ਹੈ। ਫਸਲਾਂ ਟਹਿਲਦੀਆਂ, ਹਰਿਆਲੀ ਦੇਣੀਆਂ ਹਨ, ਸਰੋਂ ਦੇ ਖੇਤ ਜੋ ਹਨ ਬੜੇ ਸੋਹਣੇ ਲੱਗਦੇ ਨੇ ਤੇ ਸਾਰੇ ਚਹਿਲ ਪਹਿਲ ਹੁੰਦੀ ਹੈ। ਪਤਝੜ ਤੋਂ ਬਾਅਦ ਜੋ ਬਸੰਤ ਰੁੱਤ ਆਉਂਦੀ ਹੈ, ਉਹਦੇ ਵਿੱਚ ਸਾਰੀਆਂ ਤਬਦੀਲੀਆਂ ਜਦੋਂ ਆਉਂਦੀਆਂ ਹਨ। ਤੇ ਪਤਝੜ ਦੇ ਮੌਸਮ ਤੋਂ ਜਦੋਂ ਬਹਾਰ ਦੀ ਰੁੱਤ ਆਉਂਦੀ ਹੈ ਤੇ ਸਾਰੇ ਬੜੀਆਂ ਖੁਸ਼ੀਆਂ ਮਨਾਉਂਦੇ ਨੇ। ਇਹ ਵਿਸਾਖੀ ਦਾ ਬਹੁਤ ਹੀ ਵੱਡੀ ਸਾਨੂੰ ਦੇਣ ਹੈ। ਵਿਸਾਖੀ ਦੇ ਮਹੀਨੇ ਤੇ ਫਸਲਾਂ ਪੱਕਦੀਆਂ ਹਨ, ਕਣਕਾਂ ਪੱਕਦੀਆਂ ਹਨ ਅਤੇ ਕਿਸਾਨ ਜੋ ਹਨ ਆਪਣੀਆਂ ਫਸਲਾਂ ਸਾਂਭਦੇ ਨੇ, ਬੜੀਆਂ ਖੁਸ਼ੀਆਂ ਮਨਾਉਂਦੇ ਨੇ। ਇਸ ਕਰਕੇ ਜੋ ਆਪਣੇ ਵੈਸਟਰਨ ਕੰਟਰੀਜ਼ ਹੈ, ਇੱਥੇ ਠੰਡ ਹੁੰਦੀ ਹੈ, ਇਸ ਕਰਕੇ ਆਪਾਂ ਜੋ ਇਸ ਦਿਨ ਨੂੰ ਜੋ ਹੈ ਅੱਗੇ ਪਿੱਛੇ ਕਰਕੇ ਮਨਾਉਂਦੇ ਹਾਂ। ਅਪ੍ਰੈਲ ਦੇ ਵਿੱਚ ਵੀ ਵਿਸਾਖੀ ਆਪਾਂ ਗੁਰਦੁਆਰਿਆਂ ਦੇ ਅੰਦਰ ਮਨਾਉਂਦੇ ਹਾਂ, ਪਰ ਜੋ ਸਾਡਾ ਮਨ ਦਾ ਬਲਬਲਾ ਹੈ ਕਿ ਅਸੀਂ ਨਗਰ ਕੀਰਤਨ ਕਰਨਾ ਹੈ, ਉਹ ਅਸੀਂ ਥੋੜਾ ਜਿਹਾ ਅੱਗੇ ਲਿਜਾਂਦੇ ਹਾਂ। ਇਹਦੇ ਕਿਉਂ ਇੱਥੇ ਆਉਂਦਾ ਹੈ? ਕਿਉਂਕਿ ਇਹ ਸੈਂਟਰ ਦੇ ਵਿੱਚ ਆ ਜਾਂਦਾ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਜੂਨ ਦੇ ਮਹੀਨੇ ਹੁੰਦੀ ਹੈ ਤੇ ਵਿਸਾਖੀ ਅਪ੍ਰੈਲ 'ਚ ਹੁੰਦੀ ਹੈ। ਤੇ ਆਪਾਂ ਮਈ ਦੇ ਮਹੀਨੇ ਦੇ ਵਿੱਚ ਇਸ ਨਗਰ ਕੀਰਤਨ ਨੂੰ ਤਕਰੀਬਨ ਪਿਛਲੇ 1999 ਤੋਂ ਸ਼ੁਰੂ ਕੀਤਾ ਸੀ ਐਡਮਿੰਟਨ ਦੇ ਵਿੱਚ ਮਨਾਉਣਾ, ਜੋ ਕਿ ਐਤਕੀ ਇਹ 22ਵਾਂ ਜੋ ਨਗਰ ਕੀਰਤਨ ਆ ਐਡਮਿੰਟਨ ਦੇ ਵਿੱਚ ਹੋ ਰਿਹਾ ਹੈ। ਪਿਛਲੇ 2 ਸਾਲ ਇਹ ਨਹੀਂ ਹੋ ਸਕਿਆ ਕਿਉਂਕਿ ਕੋਵਿਡ ਦਾ ਦਿਨ ਚੱਲਦੇ ਸੀ ਤੇ ਬਹੁਤ ਪਾਬੰਦੀਆਂ ਸਨ। ਇਸ ਕਰਕੇ ਗਵਰਨਮੈਂਟ ਵੱਲੋਂ ਜੋ ਇਕੱਠ ਸੀਗਾ ਕਰਨਾ ਉਹ ਬੰਦ ਕੀਤਾ ਹੋਇਆ ਸੀ। ਤੇ ਇਸ ਸਾਲ ਦੇ ਵਿੱਚ ਜੋ ਸਾਡਾ ਨਗਰ ਕੀਰਤਨ ਹੈ 22 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਮਿਲਵੁੱਡਸ ਤੋਂ ਆਰੰਭ ਹੋਣਾ ਹੈ। ਚਾਨਾ ਸਾਹਿਬ, ਬਹੁਤ ਵਧੀਆ ਤੁਸੀਂ ਜਾਣਕਾਰੀ ਦੇ ਰਹੇ ਜੀ ਕਿ ਖਾਲਸਾ ਦਾ ਜਿਹੜਾ ਸਥਾਪਨਾ ਦਿਵਸ ਆ, ਉਸ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਜਿਹੜੇ ਆ ਦੁਨੀਆ ਭਰ ਦੇ ਵਿੱਚ ਸੰਗਤਾਂ ਵੱਲੋਂ ਮਨਾਇਆ ਜਾਂਦਾ। ਨੋ ਡਾਊਟ ਕੋਵਿਡ ਸੀ, 2 ਸਾਲ ਅਸੀਂ ਨਗਰ ਕੀਰਤਨ ਦਾ ਆਨੰਦ ਨਹੀਂ ਮਾਣ ਸਕੇ, ਸੰਗਤਾਂ ਇਕੱਤਰ ਨਹੀਂ ਹੋ ਸਕੀਆਂ। ਹੁਣ ਮਾਹੌਲ ਬਣਿਆ, ਪਰਮਾਤਮਾ ਦੀ ਮਿਹਰ ਹੋਈ ਆ ਤੇ ਇਹ ਦਿਨ ਜਿਹੜਾ ਵਾ ਇਹ ਆ ਰਿਹਾ ਵਾ। ਮੈਂ ਚਾਹਾਂਗਾ ਕਿ ਥੋੜੀ ਜਿਹੀ ਜਾਣਕਾਰੀ ਸਾਡੀਆਂ ਸੰਗਤਾਂ ਨੂੰ ਇਹ ਦੇ ਦਿਓ ਕਿ ਇਸ ਵਾਰੀ ਜਿਹੜਾ ਨਗਰ ਕੀਰਤਨ ਦਾ ਅਰੇਂਜਮੈਂਟ ਆ ਉਹ ਡਿਫਰੈਂਟ ਕਿਵੇਂ ਆ ਔਰ ਕੀ ਖਾਸ ਪ੍ਰਬੰਧ ਕੀਤੇ ਗਏ ਨੇ? ਇਹਦੇ ਵਿੱਚ ਬਹੁਤ ਧਿਆਨ ਰੱਖਿਆ ਗਿਆ ਹੈ ਕਿਉਂਕਿ ਕੋਵਿਡ ਖਤਮ ਹੋਣ ਤੋਂ ਬਾਅਦ ਗਵਰਨਮੈਂਟ ਨੇ ਜਦੋਂ ਇਹ ਅਨਾਉਂਸ ਕੀਤਾ ਕਿ ਅਸੀਂ ਹੁਣ ਇਕੱਠ ਕਰ ਸਕਦੇ ਹਾਂ, ਉਦੋਂ ਫਰਵਰੀ ਦਾ ਮਹੀਨਾ ਸੀ, ਮਾਰਚ ਦੇ ਵਿੱਚ ਉਹਨਾਂ ਨੇ ਹਦਾਇਤਾਂ ਦਿੱਤੀਆਂ। ਉਦੋਂ ਤੋਂ ਇਹ ਤਿਆਰੀ ਆਰੰਭ ਹੋਈ ਹੈ ਮਾਰਚ ਦੇ ਵਿੱਚ। ਤੇ ਉਦੋਂ ਤੋਂ ਲੈ ਕੇ ਤੇ ਇਸ ਨੂੰ ਛੋਟਾ ਕਰਨ ਵਾਸਤੇ ਉਹਨਾਂ ਨੇ ਹਦਾਇਤ ਦਿੱਤੀ ਸੀ ਕਿ ਆਪਾਂ ਥੋੜਾ ਜਿਹਾ ਸੰਕੋਚ ਕੇ ਚੱਲੀਏ। ਫਿਰ ਵੀ ਅਜੇ ਕੋਵਿਡ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਕੰਟਰੋਲ ਵਿੱਚ ਨਹੀਂ ਹੈ। ਇਸ ਕਰਕੇ ਇਹ ਇਸ ਵਕਤ ਜਿਹੜਾ ਰੂਟ ਹੈ ਗੁਰਦੁਆਰਾ ਮਿਲਵੁੱਡਸ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਾ ਕੇ ਖਤਮ ਹੋ ਜਾਣਾ ਹੈ। ਤੇ ਜੋ ਸਟੇਜ ਹੈ, ਕਿਉਂਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਜੋ ਪਾਰਕਿੰਗ ਲੋਟ ਦੇ ਵਿੱਚ ਜਗ੍ਹਾ ਥੋੜੀ ਹੁੰਦੀ ਹੈ, ਆਪਣੀ ਸੰਗਤ ਦਾ ਜੋ ਇਕੱਠ ਹੈ, ਉਹਨਾਂ ਦਾ ਉਤਸ਼ਾਹ ਹੈ,
ਉਹ ਬਹੁਤ ਜ਼ਿਆਦਾ ਠਾਠਾਂ ਮਾਰਦਾ ਹੁੰਦਾ ਹੈ। ਜੀ। ਇਸ ਕਰਕੇ ਸਾਰਿਆਂ ਨੂੰ ਇਕੱਠੇ ਬੈਠਣਾ ਖੜਨਾ ਬੜਾ ਮੁਸ਼ਕਲ ਸੀ ਤੇ ਸਿਟੀ ਵੱਲੋਂ ਹਦਾਇਤ ਕੀਤੀ ਗਈ ਸੀ ਕਿ ਆਪਾਂ ਕਿਸੇ ਖੁੱਲੇ ਮੈਦਾਨ ਦੇ ਵਿੱਚ ਇਹ ਜੋ ਇਕੱਠ ਹੈ ਕਰੀਏ। ਸੋ ਸਾਨੂੰ ਉਹਨਾਂ ਵੱਲੋਂ ਹੀ ਇਹ ਪ੍ਰਪੋਜ਼ ਕੀਤਾ ਗਿਆ ਸੀ ਕਿ TD ਬੈਕਰ ਦੇ ਸਕੂਲ ਦੇ ਨਾਲ ਜੋ ਪੋਲੋ ਰੈਡ ਮੈਡੋ ਦੀਆਂ ਜੋ ਗਰਾਊਂਡਾਂ ਹਨ ਉੱਥੇ ਆਪਾਂ ਕਰ ਸਕਦੇ ਹਾਂ। ਸੋ ਇਸ ਵਕਤ ਜੋ ਪ੍ਰੋਗਰਾਮ ਹੋਏਗਾ ਸਾਰਾ ਉਹ ਉਹਨਾਂ ਗਰਾਊਂਡਾਂ ਦੇ ਵਿੱਚ ਹੋਏਗਾ। ਸਾਡੇ ਜੋ ਸਟਾਲ ਹਨ ਫੂਡ ਦੇ ਉਹ ਵੀ ਉੱਥੇ ਲੱਗਣਗੇ। ਸਟਾਲ ਇੱਥੇ ਗੁਰਦੁਆਰਿਆਂ ਵਿੱਚ ਵੀ ਹੋਏਗਾ, ਗੁਰਦੁਆਰਾ ਮੇਲਵੁੱਡ ਵਿੱਚ ਵੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਵੀ, ਪਰ ਇੱਥੇ 4 ਜਾਂ 5 ਸਟਾਲ ਹੋਣਗੇ। ਬਾਕੀ ਦੇ ਸਾਰੇ ਸਟਾਲ ਜੋ ਹਨ ਉਹ ਗਰਾਊਂਡ ਦੇ ਵਿੱਚ ਲੱਗਣਗੇ। ਤੇ ਜੋ ਇੱਥੋਂ ਗੁਰੂ ਮਹਾਰਾਜ ਦੀ ਸਵਾਰੀ 5 ਪਿਆਰਿਆਂ ਦੇ ਨਾਲ ਅਤੇ 5 ਨਿਸ਼ਾਨ ਸਾਹਿਬ ਵਾਲਿਆਂ ਦੇ ਸਾਥੀਆਂ ਨਾਲ ਤੇ ਕੈਨੇਡਾ ਦੇ ਫਲੈਗ ਦੇ ਨਾਲ ਆਰੰਭ ਹੋਵੇਗਾ। ਪਹਿਲਾਂ ਅਰਦਾਸ ਕੀਤੀ ਜਾਵੇਗੀ ਤੇ ਇੱਥੋਂ ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਆਰੰਭਤਾ ਕਰਨੀ ਹੈ ਤੇ ਜੋ ਕਿ ਪੋਲੋ ਦੀਆਂ ਮੈਡੋਜ਼ ਦੇ ਵਿੱਚ ਜਾ ਕੇ ਰੁਕੇਗਾ। ਸਾਰੀਆਂ ਸੰਗਤਾਂ ਨੇ ਸਹਿਯੋਗ ਦੇਣਾ ਹੈ। ਸਾਰਿਆਂ ਨੂੰ ਬੇਨਤੀ ਹੈ, ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਣ ਵੇਲੇ ਸੰਗਤਾਂ ਕਈ ਵਾਰੀ ਬਹੁਤ ਰਸ਼ ਕਰਦੀਆਂ ਹਨ। ਰਸ਼ ਨਹੀਂ ਕਰਨਾ, ਬੜੀ ਹੌਲੀ ਹੌਲੀ ਆਉਣਾ ਹੈ, ਕਿਉਂਕਿ ਉਹ ਜੋ ਦੇਗ ਹੈ ਉਹ ਗੁਰੂ ਮਹਾਰਾਜ ਦੀ ਸਵਾਰੀ ਦੇ ਨਾਲ ਪਿਛਲੇ ਪਾਸੇ ਜੋ ਟ੍ਰੇਲਰ ਬਣਿਆ ਹੋਏਗਾ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਵੀ ਕਰਨਾ ਹੈ ਤੇ ਉੱਥੇ ਤੁਹਾਨੂੰ ਦੇਗ ਵੀ ਮਿਲੇਗੀ ਤੇ ਗੁਰੂ ਮਹਾਰਾਜ ਦੀ ਸਾਈਡਾਂ ਤੇ ਪਾਲਕੀ ਦੇ ਨਾਲ ਗੋਲਕਾਂ ਵੀ ਹੋਣਗੀਆਂ। ਉੱਥੇ ਤੁਸੀਂ ਮੱਥਾ ਟੇਕ ਕੇ ਤੇ ਦੇਗ ਲੈਣੀ ਹੈ, ਪਰ ਤਰਾਸ਼ ਨਹੀਂ ਕਰਨਾ, ਕਿਸੇ ਨੂੰ ਧੱਕਾ ਨਹੀਂ ਮਾਰਨਾ। ਇਸ ਕਰਕੇ ਨਾਲ ਇਹ ਵੀ ਬੇਨਤੀ ਹੈ ਕਿ ਤੁਸੀਂ ਫਲੋਟ ਦੇ ਮਗਰ ਚੱਲਣਾ ਹੈ। ਕਈ ਵਾਰੀ ਆਪਾਂ ਸਾਈਡਾਂ ਦੇ ਉੱਤੇ ਰਸ਼ ਪਾ ਦਿੰਦੇ ਹਨ, ਉਹਦੇ ਵਿੱਚ ਆਉਣ ਜਾਣ ਵਾਸਤੇ ਜਾਂ ਮੱਥਾ ਟੇਕਣ ਵਾਲਿਆਂ ਵਾਸਤੇ ਬੜੀ ਤਕਲੀਫ ਹੁੰਦੀ ਹੈ। ਇਸ ਕਰਕੇ ਬੇਨਤੀ ਹੈ ਕਿ ਸਾਰਿਆਂ ਨੇ ਬੜੇ ਪਿਆਰ ਨਾਲ ਚੱਲਣਾ ਹੈ। 2 ਘੰਟੇ ਉੱਥੇ ਸਟੇ ਹੋਣੀ ਹੈ TD ਬੈਕਰ ਦੇ ਸਕੂਲ ਦੇ ਕੋਲ। ਉੱਥੇ ਗੁਰੂ ਮਹਾਰਾਜ ਦੀ ਸਵਾਰੀ ਹੋਣੀ ਹੈ। ਜਿਨ੍ਹਾਂ ਤੋਂ ਮੱਥਾ ਨਾ ਟੇਕ ਹੋਵੇ ਉਹ ਉੱਥੇ ਜਾ ਕੇ ਵੀ ਹਿੱਸਾ ਲੈ ਸਕਦੇ ਹਨ। ਦੇਵ ਗੁਰੂ ਕੀ ਅਟੁੱਟ ਵਰਤੇਗੀ, ਲੰਗਰ ਗੁਰੂ ਸਾਹਿਬ ਜੀ ਦੇ ਅਟੁੱਟ ਵਰਤਣਗੇ। ਜੀ, ਚਾਨਾ ਸਾਹਿਬ ਨੇ ਦੱਸਿਆ ਜੀ ਕਿ ਨਗਰ ਕੀਰਤਨ ਵਾਲੇ ਦਿਨ ਇੱਥੋਂ ਗੁਰਦੁਆਰਾ ਮਿਲਵੁੱਡ ਸਾਹਿਬ ਦੇ ਵਿੱਚੋਂ 12 ਵਜੇ ਦੁਪਹਿਰ ਅਰਦਾਸ ਕੀਤੀ ਜਾਵੇਗੀ। 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਫਲੋਟ ਜਿਹੜਾ ਹੈ ਇੱਥੋਂ ਚਾਲਾ ਪਾਵੇਗਾ ਤੇ ਨਾਲ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹਦੇ ਪਿੱਛੇ ਕੀਰਤਨ ਕਰਦੀਆਂ ਹੋਈਆਂ, ਸ਼ਬਦ ਗਾਉਂਦੀਆਂ ਹੋਈਆਂ, ਪਰਮਾਤਮਾ ਦੀ ਉਸਤਤ ਕਰਦੀਆਂ ਹੋਈਆਂ ਅੱਗੇ ਚੱਲਣਗੀਆਂ। ਤੇ ਇੱਥੋਂ ਜਿਹੜਾ TD ਬੇਕਰ ਸਕੂਲ ਆ ਉੱਥੋਂ ਦੀ ਗਰਾਊਂਡਸ ਦੇ ਵਿੱਚ ਜਾ ਕੇ 2 ਘੰਟੇ ਸਟੇਜ ਲੱਗਣੀ ਆ ਤੇ ਨਾਲ ਦੇ ਨਾਲ ਹੀ ਉਸ ਤੋਂ ਬਾਅਦ ਇਹਦੀ ਜਿਹੜੀ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਆ ਉਹ ਗੁਰਦੁਆਰਾ ਸਿੰਘ ਸਭਾ ਜਾ ਕੇ ਹੋਵੇਗੀ। ਤੁਸੀਂ ਰੂਟ ਵੀ ਦੱਸਤਾ, ਹਾਂਜੀ, ਇਹ ਵੀ ਦੱਸਤਾ ਵੀ ਸਟਾਲ ਜਿਹੜੇ ਆ 4 ਇੱਥੇ ਲੱਗਣਗੇ ਦੋਨਾਂ ਗੁਰਦੁਆਰਿਆਂ ਦੇ। ਮੇਨ ਜਿਹੜੇ ਖਾਣ ਪੀਣ ਦੇ ਜਾਂ ਫੂਡ ਸਟਾਲ ਨੇ ਸਾਰੇ ਉੱਥੇ ਲੱਗਣਗੇ TD ਬੇਕਰ ਦੀਆਂ ਗਰਾਊਂਡਾਂ ਦੇ ਵਿੱਚ। ਟਰਾਂਸਪੋਰਟੇਸ਼ਨ ਦੇ ਕੀ ਪ੍ਰਬੰਧ ਕੀਤੇ ਗਏ ਨੇ? ਉਹਦੇ ਵਾਸਤੇ ਜੀ ਜੋ ਹੈ 2704 17 ਸਟਰੀਟ ਦੇ ਉੱਤੇ ਜੋ ਆਪਣਾ ਰੈਕ ਸੈਂਟਰ ਹੈ ਜੀ, ਉੱਥੇ ਲੋਟ ਬੁੱਕ ਕੀਤਾ ਗਿਆ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਆਪਣੀਆਂ ਕਾਰਾਂ ਉੱਥੇ ਪਾਰਕ ਕਰਕੇ ਤੁਹਾਨੂੰ ਉੱਥੋਂ ਰਾਈਡ ਦਾ ਪ੍ਰਬੰਧ ਕੀਤਾ ਗਿਆ ਹੈ। ਸਾਡੇ ਸੇਵਾਦਾਰ ਉੱਥੋਂ ਤੁਹਾਨੂੰ ਰਾਈਡ ਦੇਣਗੇ। ਸੇਵਾਦਾਰ ਉੱਥੇ ਖੜੇ ਵੀ ਹੋਣਗੇ ਤੁਹਾਡੀ ਹੈਲਪ ਵਾਸਤੇ। ਸੋ ਤੁਸੀਂ ਉੱਥੋਂ ਰਾਈਡ ਲੈ ਕੇ ਗੁਰਦੁਆਰਾ ਸਾਹਿਬ ਪਹੁੰਚ ਸਕਦੇ ਹੋ ਤੇ ਨਾਲ ਤੁਹਾਨੂੰ ਰਾਈਡ ਵਾਪਸ ਵੀ ਉੱਥੇ ਮਿਲੇਗੀ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਚੀਜ਼ ਦਾ ਧਿਆਨ ਰੱਖਣਾ ਤੇ ਨਾਲ ਜੋ ਰੂਟ ਹੈ ਨਗਰ ਕੀਰਤਨ ਦਾ ਉਹਦੇ ਤੇ ਕਿਸੇ ਨੇ ਪਾਰਕ ਨਹੀਂ ਕਰਨੀ। ਕੋਈ ਕਾਰ ਜਿਹੜੀ ਪਾਰਕ ਹੋਏਗੀ ਉਹ ਟੋ ਕੀਤੀ ਜਾਏਗੀ, ਉਹਦਾ ਖਰਚਾ ਜਿਹੜਾ ਹੈ ਉਹ ਉਸ ਨੂੰ ਕਾਰ ਵਾਲੇ ਨੂੰ, ਮਾਲਕ ਨੂੰ ਦੇਣਾ ਪਵੇਗਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਪੁਲਿਸ ਵੀ ਨਾਲ ਹੁੰਦੀ ਹੈ, ਮੀਡੀਆ ਵੀ ਨਾਲ ਹੁੰਦਾ, ਹਰ ਇੱਕ ਬੰਦਾ ਦੇਖਦਾ ਹੈ। ਆਪਾਂ ਡਿਸਿਪਲਿਨ ਵਿੱਚ ਰਹਿ ਕੇ ਸਾਰੇ ਕੰਮ ਕਰਨੇ ਹਨ। ਆਸ ਹੈ ਬੇਨਤੀਆਂ ਪ੍ਰਵਾਨ ਕਰੋਗੇ। ਇਸ ਵਾਸਤੇ ਜੋ ਇੱਕ ਚੀਜ਼ ਹੋਰ ਹੈ, ਸਟੇਜ ਜੋ ਹੈ ਉਹ ਜੋ ਗਰਾਊਂਡ ਦੇ ਵਿੱਚ ਸਟੇਜ ਸਜਣੀ ਹੈ ਉਹ 12 ਵਜੇ ਆਰੰਭ ਹੋ ਜਾਣੀ ਹੈ। ਇਧਰੋਂ 12 ਵਜੇ ਨਗਰ ਕੀਰਤਨ ਆਰੰਭ ਹੋਣਾ ਤੇ ਸਟੇਜ ਜੋ ਹੈ 12 ਵਜੇ ਉੱਥੇ ਆਰੰਭ ਹੋਏਗੀ ਤੇ 12 ਵਜੇ ਤੋਂ ਲੈ ਕੇ ਤਕਰੀਬਨ 2-2:30 ਵਜੇ ਤੱਕ ਢਾਡੀ ਸਿੰਘ ਉੱਥੇ ਆਉਣਗੇ। ਉਹਨਾਂ ਨੇ ਕੀਰਤਨ ਕਰਨਾ। ਉਸ ਤੋਂ ਬਾਅਦ ਜੋ ਆਪਾਂ ਜਦੋਂ ਨਗਰ ਕੀਰਤਨ ਪਹੁੰਚ ਜਾਣਾ ਹੈ ਉਸ ਤੋਂ ਬਾਅਦ ਜੋ ਸਾਡੇ ਗੈਸਟ ਹੋਣਗੇ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ। ਪੋਲੀਟੀਕਲ ਜਿਹੜੇ ਮੈਂਬਰ ਹਨ ਉਹ ਵੀ ਆਉਣਗੇ ਤੇ ਸਾਡੇ ਆਪਣੇ ਵੀ ਪਤਵੰਤੇ ਸੱਜਣ ਜੋ ਹੈ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ। ਸੋ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਜੀ। ਤੇ ਨੋ ਡਾਊਟ ਇਹ ਜਿਹੜਾ ਨਗਰ ਕੀਰਤਨ ਆ 2 ਸਾਲਾਂ ਬਾਅਦ ਆ ਰਿਹਾ ਵਾ, ਸੰਗਤਾਂ ਦੇ ਵਿੱਚ ਉਤਸ਼ਾਹ ਬੜਾ ਹੋਣਾ, ਐਕਸਾਈਟਮੈਂਟ ਬਹੁਤ ਹੋਣੀ ਆ। ਤੇ ਬੈਨੀਪਾਲ ਸਾਹਿਬ, ਮੈਂ ਜਾਣਨਾ ਚਾਹਾਂਗਾ ਕਿ ਉਸ ਦਿਨ ਦੇ ਲਈ ਸੰਗਤਾਂ ਦੇ ਲਈ ਕੀ ਨਿਰਦੇਸ਼ ਨੇ, ਕੀ ਹਦਾਇਤਾਂ ਨੇ ਤਾਂ ਕਿ ਜਿਹੜਾ ਇਹ ਦਿਨ ਆ ਬੜੇ ਸਫਲਤਾਪੂਰਵਕ ਅਸੀਂ ਸੰਪੰਨ ਕਰ ਸਕੀਏ, ਕਿਸੇ ਤਰ੍ਹਾਂ ਦੀ ਨਾ ਤੇ ਪ੍ਰਬੰਧਕਾਂ ਨੂੰ ਕੋਈ ਪ੍ਰੋਬਲਮ ਆਵੇ ਤੇ ਨਾ ਹੀ ਸੰਗਤਾਂ ਨੂੰ ਆਵੇ। ਪਰਮੇਸ਼ਰ ਦੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਚਾਨਾ ਸਾਹਿਬ ਨੇ ਬਹੁਤ ਡਿਟੇਲ ਦੇ ਵਿੱਚ ਨਗਰ ਕੀਰਤਨ ਬਾਰੇ
ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਜੀ ਮੈਂ ਕੁਝ ਬੇਨਤੀਆਂ ਕਰਨੇ ਨੇ ਸੰਗਤਾਂ ਦੇ ਚਰਨਾਂ ਦੇ ਵਿੱਚ ਨਗਰ ਕੀਰਤਨ ਕਮੇਟੀ ਵੱਲੋਂ। ਇੱਕ ਤਾਂ ਪ੍ਰਾਈਵੇਟ ਪ੍ਰਾਪਰਟੀ ਦਾ ਬਹੁਤ ਧਿਆਨ ਰੱਖਣਾ। ਜੀ। ਜਦੋਂ ਨਗਰ ਕੀਰਤਨ ਮੈਲਬੋਰਨ ਰੋਡ ਤੇ ਜਾਣਾ, ਆਲੇ ਦੁਆਲੇ ਘਾਹ ਤੋਂ ਬਚਣਾ, ਘਾਹ ਤੇ ਨਾ ਤੁਰਿਆ ਜਾਵੇ, ਕਿਉਂਕਿ ਉਹ ਘਾਹ ਦੀ ਜਿਹੜੀ ਗਰਾਊਂਡ ਆ ਉਹ ਵੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਆਉਂਦੀ ਆ। ਤੇ ਹੋਰ ਵੀ ਰਸਤੇ ਦੇ ਵਿੱਚ ਕੋਈ ਕਾਰ ਪਾਰਕ ਨਹੀਂ ਕਰਨੀ। ਜੀ ਹਾਲ ਤੱਕ ਸਰਕਾਰ ਵੱਲੋਂ ਕੋਈ ਕੋਵਿਡ ਬਾਰੇ ਦਿਸ਼ਾ ਨਿਰਦੇਸ਼ ਨਹੀਂ ਹੈਗੇ। ਅਗਰ ਕੋਈ ਦਿਸ਼ਾ ਨਿਰਦੇਸ਼ ਆਉਣ ਵਾਲੇ ਦਿਨਾਂ ਦੇ ਵਿੱਚ ਆ ਵੀ ਜਾਂਦੇ ਨੇ ਤਾਂ ਉਹਨਾਂ ਦਾ ਵੀ ਆਪਾਂ ਨੂੰ ਸਾਰਿਆਂ ਨੂੰ ਬੜਾ ਡਿਸਪਲਿਨ ਵਿੱਚ ਰਹਿ ਕੇ ਪਾਲਣ ਕਰਨਾ ਪਵੇਗਾ। ਜੀ ਔਰ ਫਿਰ ਵੀ ਆਪੋ ਆਪਣੀ ਸਿਹਤ ਦਾ ਧਿਆਨ ਰੱਖੋ ਤਾਂ ਕਿ ਸਾਰੇ, ਜੇ ਹੋ ਸਕੇ, ਜੀ ਜੋ ਕਿਸੇ ਨੂੰ ਫਲੂ ਆ ਜਾਂ ਕੋਈ ਵੀ ਸਿੰਪਟਮ ਆਉਂਦਾ ਕੋਵਿਡ ਦਾ, ਜੀ ਉਹ ਜੇ ਆਉਣਾ ਚਾਹੁੰਦਾ ਤਾਂ ਮਾਸਕ ਲਾ ਕੇ ਜ਼ਰੂਰ ਆਵੇ। ਦੂਜੀ ਗੱਲ, ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖਣਾ, ਜੀ। ਕਿਉਂਕਿ ਸਾਰੀ ਸੰਗਤ ਨੂੰ ਪਤਾ ਇਕੱਠ ਬਹੁਤ ਜ਼ਿਆਦਾ ਹੁੰਦਾ, ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਹੁੰਦਾ। ਬਿਲਕੁਲ। ਉਸ ਦੇ ਵਿੱਚ ਕਈ ਵਾਰੀ ਬੱਚੇ ਵਿਛੜ ਜਾਂਦੇ ਨੇ ਮਾਤਾ ਪਿਤਾ ਕੋਲੋਂ। ਸੋ ਆਪੋ ਆਪਣੇ ਬੱਚਿਆਂ ਦੀ ਪਾਕਟ ਦੇ ਵਿੱਚ ਬੱਚੇ ਦਾ ਨਾਂ ਅਤੇ ਐਡਰੈਸ, ਫੋਨ ਨੰਬਰ ਜ਼ਰੂਰ ਪਾ ਦੇਣਾ, ਤਾਂ ਕਿ ਅਗਰ ਬੱਚਾ ਇੱਧਰ ਉੱਧਰ ਹੁੰਦਾ, ਰੋਂਦੇ ਨੂੰ ਦੇਖ ਕੇ ਅਗਰ ਕੋਈ ਵੀ ਸੰਗਤ ਦੇ ਵਿੱਚੋਂ ਸੇਵਾਦਾਰ ਜੀ ਉਹਦੀ ਪਾਕਟ ਦੇ ਵਿੱਚੋਂ ਫੋਨ ਨੰਬਰ ਦੇਖ ਕੇ ਉਹਦੇ ਪੇਰੈਂਟਸ ਨਾਲ ਕੰਟੈਕਟ ਕਰ ਸਕਦਾ। ਉਸ ਤੋਂ ਅਗਲੀ ਗੱਲ, ਨਗਰ ਕੀਰਤਨ ਜਿੱਥੇ 2 ਘੰਟੇ ਰੁਕਣਾ, TD ਬੇਕਰ ਸਕੂਲ ਦੇ ਗਰਾਊਂਡਾਂ ਦੇ ਵਿੱਚ, ਉੱਥੇ ਵਾਸ਼ਰੂਮ ਦਾ ਬਹੁਤ ਪ੍ਰਬੰਧ ਹੋਵੇਗਾ। ਸਫੀਸ਼ੀਐਂਟ ਵਾਸ਼ਰੂਮ ਹੋਣਗੇ, ਜੈਂਟਸ ਲਈ ਅਲੱਗ ਔਰ ਲੇਡੀਜ਼ ਲਈ ਅਲੱਗ। ਡਰਿੰਕਿੰਗ ਵਾਟਰ ਦੇ ਅਲੱਗ ਟੈਂਕਰ ਹੋਣਗੇ ਔਰ ਵੇਸਟ ਵਾਟਰ ਦੇ ਵੀ ਅਲੱਗ ਟੈਂਕਰ ਹੋਣਗੇ। ਨਗਰ ਕੀਰਤਨ ਕਮੇਟੀ ਵੱਲੋਂ ਫਸਟ ਏਡ ਲਈ ਟ੍ਰੇਨਡ ਵਲੰਟੀਅਰਸ ਹਾਇਰ ਕੀਤੇ ਗਏ ਨੇ ਔਰ ਗਵਰਨਮੈਂਟ ਹੈਲਥ ਵਾਲਿਆਂ ਵੱਲੋਂ ਵੀ ਫਸਟ ਏਡ ਦੀ ਇੱਕ ਵੈਨ ਨਾਲ ਦੀ ਨਾਲ ਚੱਲੇਗੀ। ਅਗਰ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਆਉਂਦੀ ਆ, ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਵਲੰਟੀਅਰ ਬਹੁਤ ਨੇ, ਉਹ ਸਾਰੇ ਵਲੰਟੀਅਰ ਨੂੰ ਤੁਸੀਂ ਕੰਟੈਕਟ ਕਰੋ, ਉਹ ਤੁਹਾਡੀ ਹੈਲਪ ਕਰਨਗੇ। ਫਸਟ ਏਡ ਜਿਹੜਾ ਟੈਂਟ ਹੋਵੇਗਾ ਲੋਸਟ ਐਂਡ ਫਾਊਂਡ ਦਾ, ਅਗਰ ਕੋਈ ਬੱਚਾ ਇਸ ਤਰ੍ਹਾਂ ਇੱਧਰ ਉੱਧਰ ਗੁੰਮ ਹੁੰਦਾ ਜਾਂ ਕੋਈ ਚੀਜ਼ ਗੁੰਮ ਹੁੰਦੀ ਆ, ਉਹ ਕੋਸ਼ਿਸ਼ ਹੋਵੇਗੀ ਵੀ ਉੱਥੇ ਪਹੁੰਚਾਈ ਜਾਵੇ ਔਰ ਉੱਥੋਂ ਤੁਸੀਂ ਉਹ ਚੀਜ਼ ਨੂੰ ਕਲੈਕਟ ਕਰ ਸਕਦੇ ਹੋ। ਐਡਵੈਂਟਨ ਦੀ ਸੰਗਤ ਸਾਰੀ ਸਿਆਣੀ ਆ। ਪਿਛਲੇ ਸਮੇਂ ਦੇ ਵਿੱਚ ਕਦੇ ਕੋਈ ਸਿਟੀ ਵੱਲੋਂ ਇਸ ਤਰ੍ਹਾਂ ਦੀ ਕੰਪਲੇਂਟ ਨਹੀਂ ਆਈ ਕਿ ਜਿਹਦੇ ਨਾਲ ਆਪਾਂ ਫੀਲ ਕਰੀਏ ਬਈ ਇਹ ਸਾਤੇ ਗਲਤੀ ਹੋਈ ਆ। ਸੋ ਸਭ ਤੋਂ ਵੱਡੀ ਗੱਲ ਆ ਡਿਸਪਲਿਨ ਦੀ ਆ। ਆਪਾਂ ਸਾਰਿਆਂ ਨੇ ਡਿਸਪਲਿਨ ਦਾ ਸਬੂਤ ਜ਼ਰੂਰ ਦੇਣਾ, ਕਿਉਂਕਿ ਆਪਾਂ ਨੂੰ ਸਾਰੀਆਂ ਕਮੇਟੀਆਂ ਉਸ ਵਕਤ ਵਾਚ ਕਰ ਰਹੀਆਂ ਹੋਣਗੀਆਂ। ਇਹ ਸਾਰੀ ਕਮੇਟੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਤੇ ਆਪਾਂ ਸਾਰਿਆਂ ਨੇ ਡਿਸਪਲਿਨ ਦਾ ਸਬੂਤ ਦੇਣਾ। ਨਗਰ ਕੀਰਤਨ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਹਰ ਕਿਸਮ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਸੰਗਤਾਂ ਨੂੰ ਨਗਰ ਕੀਰਤਨ ਕਮੇਟੀ ਵੱਲੋਂ ਕੋਈ ਕੰਪਲੇਂਟ ਨਹੀਂ ਆਵੇਗੀ, ਪੂਰਾ ਪ੍ਰਬੰਧ ਹੋਵੇਗਾ। ਫਿਰ ਵੀ ਜੇ ਕਿਤੇ ਕਮੀ ਪੇਸ਼ੀ ਰਹਿ ਜਾਂਦੀ ਆ, ਉਹ ਜ਼ਰੂਰ ਨਗਰ ਕੀਰਤਨ ਕਮੇਟੀ ਦੇ ਜਾਂ ਵਲੰਟੀਅਰ ਦੇ ਧਿਆਨ ਦੇ ਵਿੱਚ ਲਿਆਓ, ਤਾਂ ਕਿ ਆਪਾਂ ਅਗਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਰਿਮੂਵ ਕਰ ਸਕੀਏ। ਸਭ ਤੋਂ ਜਿਹੜਾ ਵੱਡਾ ਸਹਿਯੋਗ ਆ, ਵੱਡੀ ਕੋਆਪਰੇਸ਼ਨ, ਉਹ ਸੰਗਤਾਂ ਦੀ ਹੋਵੇਗੀ। ਸੰਗਤ ਦੇ ਸਹਿਯੋਗ ਦੇ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ। ਸੋ ਤੁਹਾਡਾ ਸਹਿਯੋਗ ਜ਼ਰੂਰੀ ਆ। ਉਸ ਦਿਨ ਆਓ, ਕੇਸਰੀ ਦੁਪੱਟੇ, ਕੇਸਰੀ ਦਸਤਾਰਾਂ ਸਜਾ ਕੇ ਔਰ ਬੱਚਿਆਂ ਦੇ ਕੇਸਰੀ ਰੁਮਾਲ ਬੰਨ੍ਹ ਕੇ ਸਿਰਾਂ ਦੇ ਉੱਪਰ ਆਈਏ, ਤਾਂ ਕਿ ਚਾਰੇ ਪਾਸੇ ਕੇਸਰੀ ਰੰਗ ਹੀ ਦਿਸੇ ਔਰ ਆਪਣੇ ਖਾਲਸੇ ਦੀ ਚੜ੍ਹਦੀ ਕਲਾ ਹੋਵੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੀ ਟੀਮ ਉਸ ਦਿਨ ਕਵਰੇਜ ਕਰੇਗੀ ਜੀ। ਨਗਰ ਕੀਰਤਨ ਨੂੰ ਸ਼ੁਰੂਆਤ ਤੋਂ ਲੈ ਕੇ ਉੱਥੇ ਜਦੋਂ ਸਮਾਪਤੀ ਹੋਣੀ ਆ, ਇਸ ਦਰਮਿਆਨ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੀ ਟੀਮ ਸਾਰਾ ਦਿਨ ਨਾਲ ਚੱਲੇਗੀ ਤੇ ਕਵਰੇਜ ਜਿਹੜੀ ਆ ਉਹ ਸੰਗਤਾਂ ਤੱਕ ਪਹੁੰਚਾਵੇਗੀ। ਪ੍ਰਬੰਧਕਾਂ ਵੱਲੋਂ 1-2 ਹੋਰ ਬੇਨਤੀਆਂ ਨੇ ਕਿ ਦੋਨਾਂ ਗੁਰੂ ਘਰਾਂ ਦੇ ਵਿੱਚ ਅਟੁੱਟ ਲੰਗਰ ਵੀ ਵਰਤੇਗਾ। ਤੁਸੀਂ ਇੱਥੇ ਦਰਸ਼ਨ ਕਰ ਸਕਦੇ ਜੇ, ਲੰਗਰ ਛਕ ਸਕਦੇ ਜੇ। ਉਸ ਤੋਂ ਬਾਅਦ ਅਸੀਂ ਇੱਥੋਂ ਜਿਹੜਾ ਨਗਰ ਕੀਰਤਨ ਆ ਉਸ ਦਾ ਆਰੰਭ ਕਰਾਂਗੇ। ਔਰ ਖਾਸ ਗੱਲਾਂ ਜਿਹੜੀਆਂ ਬੈਨੀਪਾਲ ਸਾਹਿਬ ਨੇ ਦੱਸੀਆਂ ਨੇ ਕਿ ਇੱਕ ਤੇ ਡਿਸਪਲਿਨ ਬਹੁਤ ਜ਼ਰੂਰੀ ਆ। ਜਿਹੜੇ ਸੰਗਤਾਂ ਰਸਤੇ ਦੇ ਵਿੱਚ ਲੋਕਾਂ ਦੇ ਘਰ ਨੇ, ਉਹਨਾਂ ਦੀ ਜਿਹੜੀ ਪ੍ਰਾਈਵੇਟ ਪ੍ਰਾਪਰਟੀਜ਼ ਆ, ਉਹਨਾਂ ਦੀ ਬਹੁਤ ਟੇਕ ਕੇਅਰ ਕਰਨੀ ਆ। ਕਿਸੇ ਦਾ ਘਾਹ ਜਿਹੜਾ ਵਾ ਉਹ ਡੈਮੇਜ ਨਹੀਂ ਹੋਣਾ ਚਾਹੀਦਾ। ਸਾਫ਼ ਸਫਾਈ ਦਾ ਬਹੁਤ ਪ੍ਰਬੰਧ ਰੱਖਣਾ ਵਾ। ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਕੋਆਪਰੇਟ ਕਰੀਏ, ਤਾਂ ਕਿ ਸਾਰੇ ਅਸੀਂ ਰਲ ਮਿਲ ਕੇ ਇਸ ਦਿਨ ਨੂੰ ਅਸੀਂ ਸਫਲਤਾਪੂਰਵਕ ਸੰਪੰਨ ਕਰ ਸਕੀਏ। ਤੇ ਨਾਲ ਦੇ ਨਾਲ ਜਿਵੇਂ ਦੱਸਿਆ ਕਿ ਗੱਡੀਆਂ ਜਿਹੜੀਆਂ ਨੇ ਉਹ ਰਸਤੇ ਦੇ ਵਿੱਚ ਕਿਤੇ ਵੀ ਪਾਰਕ ਨਾ ਕੀਤੀਆਂ ਜਾਣ,
ਤੁਹਾਨੂੰ ਟਿਕਟ ਵੀ ਮਿਲ ਸਕਦੀ ਆ ਤੇ ਤੁਹਾਡੀਆਂ ਗੱਡੀਆਂ ਟੋ ਵੀ ਕੀਤੀਆਂ ਜਾ ਸਕਦੀਆਂ ਨੇ। ਪੁਲਿਸ ਹੋਵੇਗੀ, ਉਹਦੇ ਨਾਲ ਆਰਮੀ ਦੇ ਵੀ ਕਈ ਵਾਰੀ ਉੱਥੇ ਵਲੰਟੀਅਰ ਜਿਹੜੇ ਨੇ ਉਹ ਪਹੁੰਚਦੇ ਨੇ ਤੇ ਨਾਲ ਦੇ ਨਾਲ ਹੈਲਥ ਡਿਪਾਰਟਮੈਂਟ ਜਿਹੜਾ ਵਾ ਉਹ ਵੀ ਨਾਲ ਹੁੰਦਾ। ਚਾਹਨਾ ਸਾਹਿਬ, ਅੰਤ ਵਿੱਚ ਕੁਝ ਖਾਸ ਹਦਾਇਤਾਂ ਜਾਂ ਸੰਗਤ ਨੂੰ ਕੋਈ ਅਪੀਲ ਕਰਨੀ ਚਾਹੋ ਤੁਸੀਂ? ਇਸ ਵਕਤ ਜ਼ਰੂਰੀ ਚੀਜ਼ ਇਹ ਹੈ ਦੱਸਣ ਵਾਲੀ ਜੋ ਰਹਿ ਗਈ ਹੈ ਕਿ ਇਸ ਵਕਤ ਫਲੋਟ ਨਹੀਂ ਹੋਣੇ, ਇੱਕੋ ਹੀ ਫਲੋਟ ਹੋਣਾ ਗੁਰੂ ਮਹਾਰਾਜ ਜੀ ਦਾ। ਸਾਡੇ ਇੱਕ ਬਜ਼ੁਰਗ ਜਨ ਹਨ, ਉਹ ਤੁਰ ਫਿਰ ਨਹੀਂ ਸਕਦੇ ਬਹੁਤੀ ਦੂਰ ਤੱਕ। ਇਸ ਕਰਕੇ ਬੇਨਤੀ ਹੈ ਪਰਿਵਾਰਾਂ ਨੂੰ ਕਿ ਉਹਨਾਂ ਨੂੰ ਤੁਸੀਂ 11 ਵਜੇ ਤੋਂ ਪਹਿਲਾਂ ਉਹ ਟੀਡੀ ਬੈਕਰ ਸਕੂਲ ਦੀਆਂ ਗਰਾਊਂਡਾਂ ਦੇ ਵਿੱਚ ਪਹੁੰਚਾ ਦਿਓ, ਕਿਉਂਕਿ 12 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਹੈ ਤੇ ਉੱਥੇ ਦੀ ਵੀ ਰੌਣਕ ਵਧੇਗੀ ਤੇ ਨਾਲ ਨਾਲ ਜੋ ਇੱਥੋਂ ਨਗਰ ਕੀਰਤਨ ਆਰੰਭ ਹੋਣਾ ਉਹਦੇ ਨਾਲ ਵੀ ਰੌਣਕ ਵਧੇਗੀ। ਇਹ ਇੱਕ ਬਹੁਤ ਜ਼ਰੂਰੀ ਸੂਚਨਾ ਹੈ। ਦੂਸਰੀ, ਫੂਡ ਬੈਂਕ ਦੀ ਜੋ ਸਾਡੀ ਵੈਨ ਹੈ ਫੂਡ ਬੈਂਕ ਵਾਲਿਆਂ ਵੱਲੋਂ, ਉਹ ਵੀ ਟੀਡੀ ਬੈਕਰ ਦੇ ਸਕੂਲ ਦੇ ਵਿੱਚ ਖੜੀ ਹੋਵੇਗੀ। ਜਿਨ੍ਹਾਂ ਨੇ ਉਹਦੇ ਵਿੱਚ ਯੋਗਦਾਨ ਪਾਉਣਾ ਹੋਵੇ, ਫੂਡ ਦਾ ਕੋਈ ਹਿੱਸਾ ਪਾਉਣਾ ਹੋਵੇ, ਵੈਜੀਟੇਰੀਅਨ ਫੂਡ ਹੋਣਾ ਚਾਹੀਦਾ ਹੈ, ਉਹ ਜ਼ਰੂਰ ਉੱਥੇ ਜਾ ਕੇ ਹਿੱਸਾ ਪਾ ਸਕਦੇ ਹਨ। ਬਾਕੀ ਜਿਨ੍ਹਾਂ ਨੇ ਟੈਂਟ ਲਾਉਣੇ ਹਨ, ਜੋ ਉਹਨਾਂ ਕੋਲ ਫੂਡ ਬਚੇਗਾ ਉਹ ਵੀ ਉਹਨਾਂ ਨੇ ਲੈ ਜਾਣਾ ਹੈ। ਇਸ ਕਰਕੇ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਇੱਕ ਦੂਸਰੇ ਦਾ। ਵੱਡੀ ਚੀਜ਼ ਇਹ ਹੈ ਕਿ ਜੋ ਵਲੰਟੀਅਰ ਹੁੰਦੇ ਹਨ, ਬੱਚੇ ਹੁੰਦੇ ਹਨ, ਅਸੀਂ ਕਦੀ ਵੀ ਕਹਿ ਦਿੰਦੇ ਹਾਂ ਕਿ ਇਹ ਬੱਚੇ ਆ ਤੇ ਅਸੀਂ ਸਿਆਣੇ ਆ, ਤੇ ਲੇਕਿਨ ਜੋ ਉਹਨਾਂ ਨੇ ਹਦਾਇਤਾਂ ਦੇਣੀਆਂ ਹਨ ਉਹ ਸਾਡੇ ਵੱਲੋਂ ਦਿੱਤੀਆਂ ਜਾਂਦੀਆਂ ਹਨ, ਉਹ ਉਹੀ ਕਹਿੰਦੇ ਹਨ ਜੋ ਅਸੀਂ ਉਹਨਾਂ ਨੂੰ ਦੱਸਿਆ ਹੈ। ਇਸ ਕਰਕੇ ਡਿਸਿਪਲਿਨ ਵਿੱਚ ਜ਼ਰੂਰ ਰਹਿਣਾ, ਉਹਨਾਂ ਦੀ ਗੱਲ ਜ਼ਰੂਰ ਸੁਣਨੀ ਹੈ ਤੇ ਨਾਲ ਨਾਲ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਕਰਨੀ ਹੈ, ਕਿਉਂਕਿ ਬੱਚਿਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਕੰਮ ਕਰਨੇ ਹੁੰਦੇ, ਕਾਰਜ ਕਰਨੇ ਆ, ਉਹਨਾਂ ਨੇ ਸਾਤੋਂ ਹੀ ਸਿੱਖਣਾ ਹੈ। ਇਸ ਕਰਕੇ ਉਹਨਾਂ ਦਾ ਵੀ ਸਹਿਯੋਗ ਦੇਣਾ ਤੁਹਾਡਾ ਸਾਰਿਆਂ ਦਾ ਬਹੁਤ ਫਰਜ਼ ਬਣਦਾ ਹੈ। ਤੇ ਨਾਲ ਨਾਲ ਪੰਜਾਬੀ ਨੈਸ਼ਨਲ ਟੀਵੀ ਵਾਲਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਕਿ ਵੇਲੇ ਟਾਈਮ ਦੇ ਨਾਲ ਟਾਈਮ ਟੂ ਟਾਈਮ ਹਰ ਇੱਕ ਚੀਜ਼ ਦੀ ਕਵਰੇਜ ਕਰਕੇ ਸੰਗਤਾਂ ਨਾਲ ਸਾਂਝ ਪਾਉਂਦੇ ਹਨ ਅਤੇ ਵਰਲਡ ਦੇ ਵਿੱਚ ਸਾਡੇ ਐਡਮਿੰਟਨ ਸ਼ਹਿਰ ਦਾ ਨਾਮ ਉੱਚਾ ਕਰਦੇ ਹਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਰਹੇ ਜੀ ਫਿਰ ਇੱਕ ਵਾਰ ਕਿ ਜਿਹੜੀਆਂ ਐਡਮਿੰਟਨ ਦੀਆਂ ਸੰਗਤਾਂ ਨੇ, ਕੈਲਗਰੀ ਦੀਆਂ ਸੰਗਤਾਂ ਨੇ ਜਾਂ ਨੇੜੇ ਤੇੜੇ ਹੋਰ ਵੱਖ-ਵੱਖ ਟਾਊਨਸ ਦੇ ਵਿੱਚੋਂ, ਕਾਉਂਟੀਜ਼ ਦੇ ਵਿੱਚੋਂ ਸੰਗਤਾਂ ਐਡਮਿੰਟਨ ਸ਼ਹਿਰ ਵਿੱਚ ਪਹੁੰਚਣੀਆਂ ਨੇ। ਡੇਟ ਦੁਬਾਰਾ ਨੋਟ ਕਰ ਲਓ ਜੀ, 22 ਮਈ ਦਾ ਨਗਰ ਕੀਰਤਨ ਆ, ਦਿਨ ਹੋਏਗਾ ਐਤਵਾਰ, ਲੌਂਗ ਵੀਕਐਂਡ ਆ, ਸੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ ਵੀ ਅਗਲੇ ਦਿਨ ਕੰਮ ਕਰ ਜਾਣਾ ਵਾ, ਛੁੱਟੀ ਆ। ਸੋ ਸੰਗਤਾਂ ਪਰਿਵਾਰਾਂ ਸਹਿਤ, ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸਹਿਤ ਗੁਰੂ ਘਰ ਦੇ ਵਿੱਚ ਪਹੁੰਚਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।